ਜਦੋਂ ਵੀ ਤੁਸੀਂ ਰਾਈਟਿੰਗ ਟਾਸਕ 2 ਜਦੋਂ ਵੀ ਤੁਸੀਂ ਲਿਖਣਾ ਵਾਟ ਇਜ਼ ਯੋਰ ਓਪੀਨੀਅਨ, ਜਦੋਂ ਵੀ ਕੁਐਸਚਨ ਦੇ ਵਿੱਚ ਤੁਹਾਡਾ ਓਪੀਨੀਅਨ ਪੁੱਛਿਆ ਗਿਆ, ਬੈਸਟ ਵੀ ਹੁੰਦਾ ਜਿਹੜਾ ਟਾਸਕ 2 ਨੂੰ ਉਸ ਚੀਜ਼ ਨੂੰ ਲਿਖਣ ਦਾ ਉਹ ਇਹੀ ਹੁੰਦਾ ਇੰਟਰੋਡਕਸ਼ਨ, 2 ਬੋਡੀ ਪੈਰਾਗ੍ਰਾਫ ਐਂਡ ਕਨਕਲੂਜਨ। ਹੁਣ ਜਿਹੜਾ ਇੰਟਰੋਡਕਸ਼ਨ ਆ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜੋ ਤੁਹਾਨੂੰ ਕੁਐਸਚਨ ਦਿੱਤਾ ਗਿਆ ਤੁਸੀਂ ਉਹਦੀ ਲਾਈਨਸ ਨੂੰ ਪੈਰਾਫਰੇਜ਼ ਕਰਕੇ ਲਿਖੋਗੇ ਵੀ ਕੀ ਸਿਚੁਏਸ਼ਨ ਹੈ, ਕਿੱਦਾਂ ਹੋ ਸਕਦਾ। ਐਂਡ ਸੈਕੰਡਲੀ ਉਹਦੇ ਵਿੱਚ ਤੁਸੀਂ ਕਲੀਅਰ ਲਿਖੋਗੇ, clearly state the view on topic and mention the content of the following paragraph। ਤੁਸੀਂ ਉਹ 'ਚ ਨਾਲ ਲਿਖ ਦੋਗੇ ਵੀ ਮੈਂ ਕਿਸ ਓਪੀਨੀਅਨ 'ਚ। ਜੇ ਤੁਸੀਂ ਇੰਟਰੋਡਕਸ਼ਨ 'ਚ ਆਪਣਾ ਓਪੀਨੀਅਨ ਨਹੀਂ ਦੇਣਾ ਤੁਸੀਂ ਉਹਨੂੰ ਸਿਰਫ ਕਨਕਲੂਜਨ ਦੇ ਵਿੱਚ ਹੀ ਮੈਂਸ਼ਨ ਕਰੋਗੇ। ਤੇ ਉਹ ਤੋਂ ਜਿਹੜੇ ਤੁਹਾਡੇ ਦੋਨੋਂ ਬੋਡੀ ਪੈਰਾਗ੍ਰਾਫ ਨੇ ਉਹ 100 to 110 ਵਰਡਸ ਦੇ ਹੋਣੇ ਚਾਹੀਦੇ ਨੇ, ਜਿਹਦੇ ਵਿੱਚ ਤੁਸੀਂ ਐਕਸਪਲੇਨ ਕਰੋਗੇ ਆਪਣੇ 2 to 3 ਪੁਆਇੰਟਸ ਵਿਦ ਐਗਜ਼ਾਮਪਲਸ ਉਹਨੂੰ ਕਲੈਰੀਫਾਈ ਕਰਨ ਲਈ। ਤੇ ਜਿਹੜਾ ਤੁਹਾਡਾ ਕਨਕਲੂਜਨ ਆ ਕਨਕਲੂਜਨ ਦੇ ਵਿੱਚ ਵੀ ਤੁਸੀਂ ਸਮਰਾਈਜ਼ ਕਰੋਗੇ ਵੀ ਹੈਂਸ ਇਹ ਗੱਲਾਂ ਕਰਕੇ ਮੇਰਾ ਇਹ ਓਪੀਨੀਅਨ ਆ ਵੀ ਇਹ ਕੰਮ ਸਹੀ ਹੈ ਜਾਂ ਨਹੀਂ ਸਹੀ ਹੈਗਾ। ਹੁਣ ਵਾਲਾ ਜਿਹੜਾ ਕੁਐਸਚਨ ਆ ਆਪਣਾ ਇਹ ਸੀ ਸਪੇਸ ਐਕਸਪਲੋਰੇਸ਼ਨ ਇਜ਼ ਮਚ ਟੂ ਐਕਸਪੈਂਸਿਵ ਐਂਡ ਦ ਮਨੀ ਸ਼ੁੱਡ ਬੀ ਸਪੈਂਟ ਔਨ ਮੋਰ ਇੰਪੋਰਟੈਂਟ ਥਿੰਗਸ। ਕੁਛ ਲੋਕ ਕਹਿੰਦੇ ਨੇ ਵੀ ਜਿਹੜਾ ਪੈਸਾ ਸਪੇਸ ਨੂੰ ਐਕਸਪਲੋਰ ਕਰਨ ਤੇ ਮਤਲਬ ਨਵੇਂ-ਨਵੇਂ ਪਲੈਨਟਸ, ਗਲੈਕਸੀਜ਼ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਕਹਿੰਦੇ ਜੋ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਆ। ਕੁਛ ਲੋਕ ਕਹਿ ਰਹੇ ਨੇ ਵੀ ਉਹ ਜਿਹੜੀ ਮਨੀ ਹੈ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਦੇ ਉੱਤੇ ਸਪੈਂਡ ਕਰਨੀ ਚਾਹੀਦੀ ਆ ਆਪਾਂ ਨੂੰ ਰੈਦਰ ਦੈਨ ਸਪੇਸ ਤੇ ਸਪੈਂਡ ਕਰਨ ਤੋਂ। ਦੈਨ ਦੇ ਆਰ ਸੇਇੰਗ ਵਾਟ ਇਜ਼ ਯੋਰ ਓਪੀਨੀਅਨ, ਵੀ ਤੁਹਾਡਾ ਓਪੀਨੀਅਨ ਕੀ ਹੈ। ਹੁਣ 2 ਫਰੇਜ਼ਸ ਹੈ ਇਹ। ਫਸਟ ਹੈਗਾ ਐਵਰੀਥਿੰਗ ਅੰਡਰ ਦਾ ਸਨ। ਇਹਦਾ ਮਤਲਬ ਹੁੰਦਾ ਐਵਰੀਥਿੰਗ ਦੈਟ ਅ ਪਰਸਨ ਕੁਡ ਇਮੈਜਿਨ, ਮਤਲਬ ਜਿੰਨਾ ਜਾਂ ਜੋ ਕੁਝ ਵੀ ਤੁਸੀਂ ਸੋਚ ਸਕਦੇ ਹੋ। ਹੁਣ ਜੇ ਆਪਾਂ ਇਹਨੂੰ ਸੈਂਟੈਂਸ 'ਚ ਯੂਜ਼ ਕਰਨਾ ਆਪਾਂ ਕੀ ਕਰਾਂਗੇ, ਵੀ ਹੈਵ ਟਰਾਈਡ ਐਵਰੀਥਿੰਗ ਅੰਡਰ ਦਾ ਸਨ ਟੂ ਪਾਸ ਵਿਦ ਫਲਾਈਂਗ ਕਲਰਸ ਇਨ ਐਗਜ਼ਾਮ। ਮਤਲਬ ਮੈਂ ਆਪਣੀ ਤਰਫ ਤੋਂ ਜਿੰਨਾ ਮੇਰੇ ਤੋਂ ਹੋ ਸਕਦਾ ਸੀ ਓਨਾ ਮੈਂ ਕੀਤਾ ਤਾਂ ਕਿ ਮੈਂ ਕੀ ਆ ਮੈਂ ਚੰਗੇ ਨੰਬਰਾਂ ਨਾਲ ਐਗਜ਼ਾਮ ਦੇ ਵਿੱਚੋਂ ਪਾਸ ਹੋ ਸਕਾਂ। ਜਾਂ ਦੂਜਾ ਹੈਗਾ ਟੂ ਵੀ ਓਵਰ ਦਾ ਮੂਨ, ਮਤਲਬ ਆਪਾਂ ਬਹੁਤ ਜ਼ਿਆਦਾ ਜਦੋਂ ਖੁਸ਼ ਹੁੰਦੇ ਹਾਂ। ਸ਼ੀ ਵਾਜ਼ ਓਵਰ ਦਾ ਮੂਨ ਵੈਨ ਸ਼ੀ ਪਾਸ ਵਿਦ ਐਗਜ਼ਾਮ ਫਲਾਈਂਗ ਕਲਰਸ ਇਨ ਐਗਜ਼ਾਮ, ਵੀ ਉਹ ਬਹੁਤ ਜ਼ਿਆਦਾ ਖੁਸ਼ ਹੋਈ ਜਦੋਂ ਬਹੁਤ ਚੰਗੇ ਨੰਬਰਾਂ ਨਾਲ ਐਗਜ਼ਾਮ ਦੇ ਵਿੱਚ ਪਾਸ ਹੋ ਗਈ। ਹੁਣ ਇਹਦੇ ਕੁਝ ਈਡੀਅਮਸ ਹੈ ਜਾਂ ਕੁਝ ਆਪਣੀ ਗਲੋਸਰੀ ਕਹਿ ਲਓ ਜਾਂ ਉਸ ਤੋਂ ਇਲਾਵਾ ਆਪਣੇ ਵਰਡਸ ਹੈ ਵੋਕੈਬ ਹੈ ਜਿਹੜੀ ਆਪਾਂ ਇਹ ਵਾਲੇ ਟਾਸਕ ਲਈ ਯੂਜ਼ ਕਰ ਸਕਦੇ ਹਾਂ। ਸਭ ਤੋਂ ਵੱਡਾ ਹੈਗਾ ਰੈਕ ਹੈਵੋਕ। ਰੈਕ ਹੈਵੋਕ ਦਾ ਮਤਲਬ ਹੁੰਦਾ ਤਬਾਹੀ ਮਚਾਉਣਾ, ਟੂ ਕਾਜ਼ ਗ੍ਰੇਟ ਡੈਮੇਜ, ਡਿਸਟਰੋਇਡ, ਸਪੋਇਲ। ਤੁਸੀਂ ਕਹਿ ਸਕਦੇ ਹੋ ਦ ਪੋਲਿਊਸ਼ਨ ਹੈਜ਼ ਰੈਕਡ ਹੈਵੋਕ ਇਨ ਦ ਸੋਸਾਇਟੀ, ਵੀ ਪੋਲਿਊਸ਼ਨ ਨੇ ਬਹੁਤ ਜ਼ਿਆਦਾ ਸੋਸਾਇਟੀ ਦੇ ਵਿੱਚ ਤਬਾਹੀ ਮਚਾ ਚੁੱਕੀ ਹੈ। ਐਕਸਪੈਂਸਿਵ ਨੂੰ ਐਕਸਟਰਾਵੇਗੈਂਟ, ਓਵਰ ਪ੍ਰਾਈਸਡ, ਐਗਜ਼ੋਰਬਿਟੈਂਟ ਜਾਂ ਪ੍ਰਾਈਜ਼ੀ। ਮਨੀ ਨੂੰ ਤੁਸੀਂ ਵੈਲਦੀ, ਪੇ ਜਾਂ ਕੈਪੀਟਲ ਨਾਲ ਲੈ ਸਕਦੇ ਹੋ। ਐਕਸਪਲੋਰੇਸ਼ਨ ਨੂੰ ਤੁਸੀਂ ਲੈ ਸਕਦੇ ਹੋ ਰਿਸਰਚ ਕਰਨ ਨਾਲ, ਐਨਾਲਾਈਜ਼ ਕਰਨ ਨਾਲ ਜਾਂ ਐਕਸਪੈਕਟੇਸ਼ਨ ਕਰਨ ਨਾਲ। ਤਿੰਨਾਂ ਦਾ ਮਤਲਬ ਉਹੀ ਹੈ ਵੀ ਸਪੇਸ ਦੇ ਉੱਤੇ ਰਿਸਰਚ ਕਰਨ ਲਈ। ਬਿਲੀਵ ਨੂੰ ਤੁਸੀਂ ਵਿਹਿਮਤਲੀ ਡੀਮਡ ਕਹਿ ਸਕਦੇ ਹੋ ਵੀ ਮੈਂ ਕਿਸ ਗੱਲ ਨੂੰ ਮੰਨਦਾ। ਹੁਣ ਜਿਹੜੀ ਇਹਦੀ ਇੰਟਰੋਡਕਸ਼ਨ ਆ ਦੇਖੋ 2 ਤਰੀਕੇ ਦੀ ਮੈਂ ਉਰੇ ਲਿਖੀ ਆ, ਦੋਨੋਂ 'ਚ ਆਪਾਂ ਕਿਸੇ ਵੀ ਢੰਗ ਨਾਲ ਫੋਲੋ ਕਰ ਸਕਦੇ। ਜਿਵੇਂ ਆਪਾਂ ਕਹਿ ਸਕਦੇ ਹਾਂ ਫਸਟ 'ਚ ਅ ਬਿਗ ਪ੍ਰੋਪੋਰਸ਼ਨ ਆਫ ਐਕਸਪੈਂਡੀਚਰ ਇਜ਼ ਬੀਇੰਗ ਸਪੈਂਡ ਔਨ ਐਕਸਪਲੋਰਿੰਗ ਦਾ ਸਪੇਸ। ਜੋ ਲਾਈਨ ਆਪਾਂ ਨੂੰ ਕੁਐਸਚਨ 'ਚ ਦਿੱਤੇ ਸੀ ਉਹਨੂੰ ਹੀ ਆਪਾਂ ਲਿਖਿਆ ਵੀ ਇੱਕ ਬਹੁਤ ਵੱਡਾ ਪੋਰਸ਼ਨ ਆ ਜਿਹੜਾ ਉਹ ਕੀ 'ਚ ਸਪੈਂਡ ਕੀਤਾ ਜਾਂਦਾ ਸਪੇਸ ਨੂੰ ਐਕਸਪਲੋਰ ਕਰਨ ਦੇ ਲਈ। There are 2 contrasting views, ਕਹਿੰਦੇ ਇਹਦੇ 2 different views ਨੇ where one group of society vehemently deemed that। ਹੁਣ ਜਿਹੜਾ ਆਪਾਂ ਪਿੱਛੇ word ਸਿੱਖਿਆ ਸੀਗਾ ਆਪਣਾ vehemently deemed ਉਹ ਇੱਧਰ ਯੂਜ਼ ਹੋਇਆ ਵੀ ਕੀ ਬਿਲੀਵ ਕਰਦੇ ਨੇ ਮਨੀ ਸ਼ੁੱਡ ਬੀ ਸਪੈਂਟ ਔਨ ਸਪੇਸ ਐਕਸਪਲੋਰੇਸ਼ਨ, ਵੀ ਸਪੇਸ ਨੂੰ ਐਕਸਪਲੋਰ ਕਰਨ 'ਚ। ਵਾਈਲ ਜਿਹੜੇ ਅਦਰਸ ਕੀ ਨੇ, ਵਾਈਲ ਅਦਰਸ ਪ੍ਰਪੋਜ਼ ਦੈਟ ਦੇਅਰ ਆਰ ਮੈਰਿਡ ਅਦਰ essential thing where the money can be utilized। ਕੁਛ ਲੋਕ ਕਹਿੰਦੇ ਨੇ ਵੀ ਹੋਰ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੇ ਜਿੱਥੇ ਮਨੀ ਨੂੰ ਕੀ ਹੈ ਯੂਜ਼ ਕਰਨਾ ਚਾਹੀਦਾ। ਜਾਂ ਤਾਂ ਇਹ 'ਚ ਦੇਖੋ ਇੰਟਰੋਡਕਸ਼ਨ 'ਚ ਆਪਾਂ ਲਿਖ ਸਕਦੇ ਹਾਂ ਵੀ ਆਪਣਾ ਓਪੀਨੀਅਨ ਕੀ ਹੈ। ਇਨ ਮਾਈ ਓਪੀਨੀਅਨ ਦ ਐਜੂਕੇਸ਼ਨ ਸਿਸਟਮ ਐਂਡ ਮੈਡੀਕਲ ਸੈਕਟਰ ਆਰ ਦ 2 ਮੋਸਟ ਪ੍ਰੋਮੀਨੈਂਟ ਸੈਕਟਰ ਵੇਅਰ ਵੈਲਥ ਕੈਨ ਬੀ ਇਨਵੈਸਟਡ। ਵੀ ਇਹ 2 ਸਭ ਤੋਂ ਵੱਡੇ ਸੈਕਟਰ ਨੇ ਜਿੱਥੇ ਜਿਹੜਾ ਆਪਣਾ ਪੈਸਾ ਉਹ ਆਪਾਂ ਨੂੰ ਲਗਾਉਣਾ ਚਾਹੀਦਾ।
In this essay, I will discuss why money should be spent on these two things. ਵੀ ਜੇ ਸਪੇਸ ਦੀ ਜਗ੍ਹਾ ਆਪਾਂ ਦੇਖੀ ਜਾਏ ਜਿਹੜਾ ਐਜੂਕੇਸ਼ਨ ਤੇ ਮੈਡੀਕਲ ਸੈਕਟਰ ਆ ਇਹਨਾਂ ਦੇ ਉੱਤੇ ਪੈਸਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਂ ਇਜ਼ ਅ ਹਿਊਜ ਇਨਵੈਸਟਮੈਂਟ ਤੇ ਉਹਦੇ ਪੁਆਇੰਟਸ ਮੈਂ ਅੱਗੇ ਆਉਣ ਵਾਲੇ ਪੈਰਾਗ੍ਰਾਫ 'ਚ ਐਕਸਪਲੇਨ ਕਰੂੰ ਤਾਂ ਇੰਟਰੋਡਕਸ਼ਨ 'ਚ ਹੀ ਮੈਂ ਐਕਸਪਲੇਨ ਕਰਤਾ ਵੀ ਮੈਂ ਕਿਹੜੇ ਓਪੀਨੀਅਨ ਦੇ ਨਾਲ ਆ ਇਦਾਂ ਨਹੀਂ ਲਿਖਣਾ ਤੇ ਆਪਾਂ ਦੂਜਾ ਲਿਖ ਸਕਦੇ ਆ ਵੀ it is argued spending money on advancement of technology in order to discover other planets is waste of tax revenue ਜੇ ਤੁਸੀਂ ਕਹਿ ਰਹੇ ਹੋ ਵੀ ਉਹ waste of tax revenue ਤਾਂ ਤੁਸੀਂ ਉਹਦਾ ਕਲੀਅਰ ਕਰਤਾ ਵੀ ਹਾਂ ਜੇ ਇੱਕ ਆਪਾਂ ਵੱਡੀ ਅਮਾਉਂਟ ਸਪੇਸ ਦੇ ਉੱਤੇ ਯੂਜ਼ ਕਰ ਰਹੇ ਹੋ ਵੇਸਟ ਆਫ ਮਨੀ ਆ ਆਈ ਐਮ ਆਫ ਦਾ ਵਿਊ ਦੈਟ ਵੀ ਮੈਂ ਉਸ ਵਿਊ ਦੇ ਵਿੱਚ ਆ ਜਿਹੜੀ ਸਪੇਸ ਐਕਸਪਲੋਰੇਸ਼ਨ ਉਹ ਬੈਨੀਫੀਸ਼ੀਅਲ ਮਤਲਬ ਕਿ ਬਹੁਤ ਫਾਇਦੇਮੰਦ ਹੁੰਦੀ ਆ for human race due to its long-term advantages and government should allocate funds to support this goal ਜੇ ਤੁਸੀਂ ਦੂਸਰੀ ਸਾਈਡੋਂ ਵੀ ਸਪੇਸ ਦੇ ਉੱਤੇ ਪੈਸੇ ਸਪੈਂਡ ਕਰਨਾ ਬੈਨੀਫੀਸ਼ੀਅਲ ਆ ਤਾਂ ਆਪਾਂ ਉਹ ਲਿਖਦੇ ਹਾਂ ਤੇ ਆਪਾਂ ਕਹਿੰਦੇ ਵੀ ਇਹਦੇ ਬਹੁਤ ਸਾਰੇ ਕੀ ਨੇ ਬੈਨੀਫਿਟਸ ਨੇ ਜੋ ਮੈਂ ਅੱਗੇ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਕੀ ਕਰੂੰਗਾ ਡਿਸਕਸ ਕਰੂੰਗਾ ਹੁਣ ਮੈਂ ਦੋਨੋਂ ਸਾਈਡ ਦੇ ਪੁਆਇੰਟ ਡਿਸਕਸ ਕਰੂੰਗੀ ਬਟ ਦੋਨੋਂ ਪੈਰਾਗ੍ਰਾਫ ਤੁਹਾਡੇ ਉਹਦੇ ਬਣਨਗੇ ਜਾਂ ਤੁਸੀਂ ਯੈਸ ਚੋਂ ਜਾਂ ਤੁਸੀਂ ਨੋ ਦੇ ਵਿੱਚੋਂ ਹੁਣ ਜੇ ਆਪਾਂ ਇਹ 'ਚ ਕਹੀਏ ਵੀ ਜਿਵੇਂ ਸਪੇਸ ਐਕਸਪਲੋਰੇਸ਼ਨ ਤੇ ਕਿੱਦਾਂ ਖਰਚ ਹੋਣੇ ਚਾਹੀਦੇ ਆ ਪੈਸੇ ਕਹਿੰਦੇ ਸਪੋਰਟ ਫੰਡਿੰਗ ਸਪੇਸ ਪ੍ਰੋਗਰਾਮ ਇਸ ਕਮਿਊਨੀਕੇਸ਼ਨ ਬਿਟਵੀਨ ਆਲ ਓਵਰ ਦਾ ਗਲੋਬ ਕਹਿੰਦੇ ਜੇ ਸਪੇਸ ਦੇ ਉੱਤੇ ਪ੍ਰੋਗਰਾਮ ਦੇ ਉੱਤੇ ਫੰਡਿੰਗ ਕੀਤੀ ਗਈ ਹੈ ਤਾਂ ਹੀ ਨਿਊ ਟੈਕਨੋਲੋਜੀਜ਼ ਆਈਆਂ ਨੇ ਜਿਹਦੇ ਨਾਲ ਜਿਹੜਾ ਪੂਰਾ ਗਲੋਬ ਆ ਇੱਕ ਦੂਜੇ ਨਾਲ ਜੁੜਿਆ ਹੋਇਆ ਸੈਟੇਲਾਈਟ ਟੈਲੀਵਿਜ਼ਨ ਹੈਜ਼ ਓਨਲੀ ਬਿਕਮ ਪੋਸੀਬਲ ਡਿਊ ਟੂ ਸਪੇਸ ਪ੍ਰੋਗਰਾਮਸ ਜਿਹੜੇ ਅੱਜ ਕੱਲ੍ਹ ਟੈਲੀਵਿਜ਼ਨਸ ਹੈ ਜਾਂ ਆਪਾਂ ਯੂਟਿਊਬਸ ਹੈ ਆਪਾਂ ਇੱਕ ਦੂਜੇ ਨਾਲ ਇੰਨੀ ਦੂਰ ਬੈਠੇ ਵੀ ਕਨੈਕਟਡ ਹੋ ਸਿਰਫ ਕਾਹਦੇ ਕਰਕੇ ਹੈ ਜਿਹੜੇ ਸੈਟੇਲਾਈਟਸ ਲਾਂਚ ਕੀਤੀਆਂ ਗਈਆਂ ਨੇ ਜਿਨ੍ਹਾਂ ਨਾਲ ਇਹ ਚੀਜ਼ ਕੀ ਸੀ ਪੋਸੀਬਲ ਹੋਈ ਐਂਡ ਪੀਪਲ ਆਰ ਏਬਲ ਟੂ ਵਾਚ ਦ ਗਲੋਬਲ ਇਵੈਂਟ ਇੰਸਟੈਂਟਲੀ ਫਰੋਮ ਐਨੀਵੇਅਰ ਤੇ ਜਿਹੜੇ ਲੋਕ ਨੇ ਉਹ ਕਿਸੇ ਵੀ ਜਗ੍ਹਾ ਦਾ ਇਵੈਂਟ ਕਿਸੇ ਵੀ ਟਾਈਮ ਕਿਸੇ ਵੀ ਜਗ੍ਹਾ ਦੇਖ ਸਕਦੇ ਨੇ ਬਿਨਾਂ ਕਿਸੇ ਇਫਰਟ ਤੋਂ ਅਗਲਾ ਪੁਆਇੰਟ ਕੀ ਹੈ global warming has become a serious concern for whole world scientists have started to find an alternate planet to live ਤੀਜੀ ਗੱਲ ਉਹ ਕੀ ਕਹਿ ਰਹੇ ਨੇ ਵੀ ਅੱਜ ਦੇ ਟਾਈਮ 'ਚ ਗਲੋਬਲ ਵਾਰਮਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਜੋ ਕਿ ਇੱਕ ਸੀਰੀਅਸ ਕੰਸਰਨ ਬਣ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਜਿਸ ਕਰਕੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਸਪੇਸ ਰਿਸਰਚ ਦੇ ਥਰੂ ਆਲਟਰਨੇਟ ਪਲੈਨਟਸ ਨੂੰ ਲੱਭਣਾ ਸਟਾਰਟ ਕੀਤਾ ਜਿੱਥੇ ਕਿ ਜਿਹੜੀ ਲਾਈਫ ਹੈ ਪੋਸੀਬਲ ਹੈਗੀ ਜਿਵੇਂ ਮਾਰਸ ਦੇ ਉੱਤੇ ਉਹਨਾਂ ਨੇ ਇੱਕ ਟਾਈਮ ਤੇ ਵਾਟਰ ਡਿਸਕਵਰ ਕੀਤਾ ਸੀ ਅ ਲਿਟਲ ਬਿਟ ਤਾਂ ਇਟ ਮੀਨਸ ਉਹਨਾਂ ਦੀ ਖੋਜ ਹਜੇ ਵੀ ਜਾਰੀ ਆ ਵੀ ਕਿੱਥੇ ਆਪਾਂ ਹੋਰ ਰਹਿ ਸਕਦੇ ਹਾਂ ਇਨ ਕੇਸ ਕੱਲ ਨੂੰ ਜੇ ਅਰਥ ਨੂੰ ਕੁਝ ਹੁੰਦਾ ਮੈਸਿਵ ਇੰਪੈਕਟ ਔਨ ਐਜੂਕੇਸ਼ਨ ਜੇ ਸਪੇਸ ਸਬਜੈਕਟ ਨੂੰ ਆਪਾਂ ਇੰਕਲੂਡ ਕਰਦੇ ਹਾਂ ਆਪਣੀ ਐਜੂਕੇਸ਼ਨ 'ਚ ਇਹਦਾ ਜੋ ਆਉਣ ਵਾਲੀ ਆਪਣੀ ਜਨਰੇਸ਼ਨਸ ਆ ਫਿਊਚਰ ਜਨਰੇਸ਼ਨਸ ਆ ਉਹਨਾਂ ਲਈ ਬਹੁਤ ਹਿਊਜ ਬੈਨੀਫਿਟ ਆ ਕਹਿੰਦੇ wonderful motivation for young people to study science since they show the possibility of studying science technology and engineering ਇਹਦੇ ਨਾਲ ਕੀ ਹੈ ਵੀ ਜਿਹੜੇ ਸਟੂਡੈਂਟਸ ਨੇ ਉਹ ਵੀ ਮੋਟੀਵੇਟ ਹੋਣਗੇ ਵੀ ਸਾਇੰਸ ਦੇ ਵਿੱਚ ਜਦੋਂ ਰੈਗੂਲਰ ਨਿਊ ਤਰੱਕੀ ਹੋਊ ਸਪੇਸ ਦੇ ਬਾਰੇ ਉਹਨਾਂ ਨੂੰ ਡਿਫਰੈਂਟ ਆਈਡੀਆਜ਼ ਹੋਣਗੇ ਉਹਨਾਂ ਦਾ ਜਿਹੜਾ ਇੰਟਰਸਟ ਉਹ ਡਿਵੈਲਪ ਹੋਣਾ ਸਟਾਰਟ ਹੋਊਗਾ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ ਤੇ ਉਹ ਐਜੂਕੇਸ਼ਨ ਵਿੱਚ ਜ਼ਿਆਦਾ ਇੰਟਰਸਟ ਪੇ ਕਰਨ ਲੱਗ ਜਾਣਗੇ ਐਗਜ਼ਾਮਪਲ ਇਹਦੇ ਵਿੱਚ ਆਪਾਂ ਕੀ ਦੇ ਸਕਦੇ ਹਾਂ For instance, NASA, which is a reputed space organization, has launched many satellites in the orbit, which are being used to broadcast the signals in the form of audio and video to across the globe. NASA ਦੀ ਐਗਜ਼ਾਮਪਲ ਦਿੱਤੀ ਗਈ ਹੈ ਵੀ ਇਹ ਰਿਸਰਚ ਆਰਗੇਨਾਈਜੇਸ਼ਨ ਹੈਗੀ ਆ ਜਿਹਨੇ ਬਹੁਤ ਸਾਰੀਆਂ ਸੈਟੇਲਾਈਟਸ ਲਾਂਚ ਕੀਤੀਆਂ ਨੇ ਜਿਹਦੇ ਸਿਗਨਲਸ ਨਾਲ ਜਿਹੜਾ ਵਰਲਡ ਆ ਜਿਹੜਾ ਗਲੋਬ ਆ ਉਹਦੇ ਵਿੱਚ ਮੈਸੇजेस ਜਾਂ ਐਵਰੀਥਿੰਗ ਇਜ਼ ਸਪਰੈਡ ਆਊਟ ਆਡੀਓ ਤੇ ਵੀਡੀਓ ਫਾਰਮ ਦੇ ਵਿੱਚ ਉਸ ਤੋਂ ਬਾਅਦ ਇੰਡੀਆ ਦੀ ਐਗਜ਼ਾਮਪਲ ਦੇ ਸਕਦੇ ਹਾਂ ਫੋਰ ਇੰਸਟੈਂਸ ISRO ਦਾ ਮਤਲਬ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈਜ਼ ਬੀਨ ਫੰਡਡ ਬਾਈ ਇੰਡੀਅਨ ਗਵਰਨਮੈਂਟ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਦੇ ਵਿੱਚ ਵੀ ਸਪੇਸ ਐਕਸਪਲੋਰੇਸ਼ਨ ਦੀ ਬਹੁਤ ਵੈਲਿਊ ਆ ਕਿਉਂਕਿ ਉਹਨਾਂ ਨੂੰ ਵੀ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਆਪਣਾ ਫੈਸਿਲੀਟੇਟ ਕੀਤਾ ਫੰਡ ਕੀਤਾ ਤਾਂ ਕਿ ਜਿਹੜੀ ਸਪੇਸ ਰਿਸਰਚ ਉਹ ਕੰਟੀਨਿਊ ਰਹਿ ਸਕੇ ਫੋਰ ਐਗਜ਼ਾਮਪਲ ਇਨ ਮਾਈ ਕੰਟਰੀ academic institutions organize seminars in which they expose students to NASA astronauts and allow them to discuss a wide range of topic related to space. ਅੱਜ ਦੇ ਟਾਈਮ 'ਚ ਆਪਾਂ ਦੇਖੀਏ ਕਾਫੀ ਸਕੂਲ ਬੱਚੇ ਨੂੰ ਐਜੂਕੇਸ਼ਨਲ ਪਲੇਸਿਸ ਤੇ ਲੈ ਕੇ ਜਾਂਦੇ NASA ਲੈ ਕੇ ਜਾਂਦੇ ਆ
ਜਾਂ ਹੋਰ ਵੀ ਜਿੱਥੇ ਆਪਣਾ ਸਾਇੰਸ ਪਾਰਟ ਅਵੇਲੇਬਲ ਹੈ ਜਾਂ ਸਪੇਸ ਦੇ ਨਾਲ ਰਿਲੇਟਡ ਨੌਲੇਜ ਆ, ਸੋ ਦੈਟ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਹੋਰ ਨੌਲੇਜ ਆ ਸਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਐਕਸਪਲੋਰੇਸ਼ਨ ਆ ਉਹ ਹੋਰ ਤੋਂ ਜ਼ਿਆਦਾ ਹੋ ਸਕੇ। ਹੁਣ ਜੇ ਆਪਾਂ ਦੂਸਰੀ ਸਾਈਡ ਦੇਖੀਏ ਵੀ ਆਪਾਂ ਨੂੰ ਮਨੀ ਸਪੈਂਡ ਕਿਉਂ ਨਹੀਂ ਕਰਨੀ ਚਾਹੀਦੀ, ਉਹਦਾ ਬੇਸਿਕ ਹੈ ਐਜੂਕੇਸ਼ਨ ਸਿਸਟਮ ਇਜ਼ ਬੈਕਬੋਨ ਆਫ ਐਨੀ ਨੇਸ਼ਨ। ਬੈਕਬੋਨ ਦਾ ਮਤਲਬ ਕਿਸੇ ਵੀ ਕੰਟਰੀ ਦੀ ਇਕੋਨਮੀ ਨੂੰ ਬਰਕਰਾਰ ਰੱਖਣ ਲਈ ਉੱਥੇ ਦੇ ਲੋਕਾਂ ਦਾ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਲੋਕ ਐਜੂਕੇਟਡ ਨੇ ਤਾਂ ਹੀ ਉਹ ਆਪਣਾ ਕੀ ਹੈ ਜਿਹੜਾ ਆਉਣ ਵਾਲਾ ਫਿਊਚਰ ਹੈ, ਫਿਊਚਰ ਜਨਰੇਸ਼ਨਸ ਆ ਉਹਨਾਂ ਨੂੰ ਇੰਪਰੂਵ ਕਰ ਸਕਦੇ ਨੇ ਤੇ ਗੁੱਡ ਮੋਰਲ ਤੇ ਐਥਿਕ ਵੈਲਿਊਜ਼ ਆ ਜਿਹੜੀਆਂ ਸਿਖਾ ਸਕਦੇ ਨੇ। Money can be developed by government fund that could help in feeding hungry population। ਕਾਫੀ ਕੰਟਰੀਜ਼ ਹਨ ਜਿਹੜੇ ਲੋਕ ਆ ਉੱਥੇ ਬਿਲੋ ਪੋਵਰਟੀ ਲਾਈਨ ਰਹਿੰਦੇ ਨੇ, ਉਹਨਾਂ ਕੋਲ ਖਾਣ ਲਈ ਪੈਸੇ ਨਹੀਂ ਹੈਗੇ, ਉਹਨਾਂ ਨੂੰ ਖਾਣਾ ਨਹੀਂ ਮਿਲਦਾ, ਤਾਂ ਰੈਦਰ ਦੈਨ ਜਿਹੜੀ ਮਨੀ ਸਪੇਸ ਨੂੰ ਐਕਸਪਲੋਰ ਕਰਨ ਤੇ ਲੱਗੀ ਆ ਉਹ ਮਨੀ ਲੋਕਾਂ ਨੂੰ ਫੀਡ ਕਰਨ ਤੇ ਵੀ ਲਗਾਈ ਜਾ ਸਕਦੀ ਹੈ, ਵਿਚ ਇਜ਼ ਮੋਰ ਇੰਪੋਰਟੈਂਟ। ਹੈਲਪ ਪੀਪਲ ਬਿਲੋ ਪੋਵਰਟੀ ਲਾਈਨ ਟੂ ਫਾਈਟ ਵਿਦ ਸਰਕਨ। ਪੋਵਰਟੀ ਲਾਈਨ ਤੋਂ ਬਿਲੋ ਹੋ ਗਏ ਜਿਨ੍ਹਾਂ ਦੀ ਜਿਹੜੀ ਨਾਰਮਲ ਐਵਰੀਡੇ ਇਨਕਮ ਆ ਉਹ ਜਿਹੜੇ ਇੱਕ ਮਾਰਜਨ ਗਵਰਨਮੈਂਟ ਨੇ ਸੈੱਟ ਕੀਤਾ ਉਹ ਤੋਂ ਬਿਲਕੁਲ ਹੀ ਘੱਟ ਆ। ਇਹਦੇ ਵਿੱਚ ਕੋਈ ਵੀ ਆ ਸਕਦਾ, ਵੈਂਡਰਸ ਆ ਸਕਦੇ ਨੇ ਜਿਹੜੇ ਸੜਕਾਂ ਤੇ ਸਟਰੀਟ ਫੂਡ ਸੜਕਾਂ ਤੇ ਹੁੰਦੇ ਆ, ਆਪਣੇ ਸੈਲ ਵਗੈਰਾ ਕਰਦੇ ਆ ਸਟਾਫ, ਜਾਂ ਜਿਹੜੇ ਆਪਣੇ ਇਦਾਂ ਝੋਪੜੀਆਂ 'ਚ ਰਹਿੰਦੇ ਆ, ਮਤਲਬ ਜਿਨ੍ਹਾਂ ਕੋਲ ਪ੍ਰੋਪਰ ਹਾਊਸਿਸ ਨਹੀਂ ਹੈਗੇ। ਹਿਊਮਨ ਹੈਵ ਸਫਰਿੰਗ from a plethora of disease for a long time। plethora of disease ਮਤਲਬ ਬਹੁਤ ਸਾਰੇ ਤਰੀਕੇ ਦੇ ਡਿਜ਼ੀਜ਼ ਨੂੰ ਉਹ ਸਫਰ ਕਰਦੇ ਨੇ ਤੇ ਕਹਿੰਦੇ it is well said that a healthy mind is directly related to healthy body। it means ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਵੀ ਜੇ ਕਿਸੇ ਬੰਦੇ ਦੀ ਬੋਡੀ ਹੈਲਦੀ ਆ ਉਦੋਂ ਮਾਈਂਡ ਵੀ ਤਾਂ ਹੀ ਹੈਲਦੀ ਹੋਊਗਾ ਤੇ ਉਹ ਤੋਂ ਬਾਅਦ ਹੀ ਉਹ ਕਿਸੇ ਥਰਡ ਚੀਜ਼ ਦੇ ਉੱਤੇ ਕੀ ਐਕਸਪਲੋਰ ਕਰ ਸਕਦੇ ਆ, ਧਿਆਨ ਦੇ ਸਕਦਾ, ਚਾਹੇ ਉਹ ਸਪੇਸ ਐਕਸਪਲੋਰੇਸ਼ਨ ਨਾਲ ਹੀ ਹੋਵੇ। ਤੇ ਦੂਜੀ ਗੱਲ, important to spend funds on advancement of medical infrastructure। government should invest in hospital and medical equipments। ਜਿਹੜੇ ਗਵਰਨਮੈਂਟ ਹਸਪੀਟਲਸ ਹੈ ਉਹਨਾਂ ਨੂੰ ਜ਼ਿਆਦਾ ਫੰਡ ਕਰਨਾ ਚਾਹੀਦਾ ਸੋ ਦੈਟ ਜਿਹੜੇ ਲੋਕ ਬਿਲੋ ਪੋਵਰਟੀ ਲਾਈਨ ਹੈ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਆ ਉੱਥੇ ਐਡਵਾਂਸਮੈਂਟ ਮਿਲ ਸਕੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉੱਥੇ ਬੈਨੀਫਿਟ ਮਿਲ ਸਕਣ। ਇਹ 'ਚ ਐਗਜ਼ਾਮਪਲ ਉਹੀ ਦੇਤੀ, ਕਹਿੰਦੇ if for example in India where more than 40% population are under the poverty line, due to that they cannot go to school। ਬਹੁਤ ਸਾਰੇ 40% ਤੱਕ ਜਿਹੜੇ ਲੋਕ ਨੇ, 40% ਤੋਂ ਜ਼ਿਆਦਾ ਉਹਨਾਂ ਕੋਲ ਨਾਰਮਲ ਇਨਕਮ ਵੀ ਨਹੀਂ ਹੈਗੀ ਵੀ ਉਹ ਪ੍ਰੋਪਰ ਖਾ ਸਕਣ, ਜਿਹਦੇ ਕਰਕੇ ਉਹ ਜਿਹੜੇ ਸਟੂਡੈਂਟਸ ਹੈ ਜਾਂ ਜਿਹੜੇ ਬੱਚੇ ਹੈ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ ਕਿਉਂਕਿ ਉਹਨਾਂ ਕੋਲ ਸਕੂਲ ਦੀ ਫੀਸ ਪੇ ਕਰਨ ਨੂੰ ਪੈਸੇ ਨਹੀਂ ਹੁੰਦੇ। ਈਵਨ ਕੈਨ ਨਾਟ ਗੈਟ ਅ ਬੈਟਰ ਜੋਬ, ਕਿਉਂਕਿ ਉਹ ਸਕੂਲ ਨਹੀਂ ਜਾਂਦੇ ਤਾਂ ਉਹਨਾਂ ਨੂੰ ਜੋਬ ਬੈਟਰ ਨਹੀਂ ਮਿਲਦੀ। ਤੇ ਅੱਜ ਦੇ ਟਾਈਮ ਦੇ ਵਿੱਚ ਐਜੂਕੇਸ਼ਨ ਕੀ ਹੈ, ਰਾਈਟ ਆ ਈਚ ਇੰਡੀਵਿਜੂਅਲ ਦਾ, ਹਰ ਇੰਡੀਵਿਜੂਅਲ ਨੂੰ ਐਜੂਕੇਸ਼ਨ ਪ੍ਰਾਪਤ ਕਰਨ ਦਾ ਰਾਈਟ ਆ। ਤੇ ਕਿਸੇ ਵੀ ਕੰਟਰੀ ਦੀ ਇਕੋਨਮੀ ਨੂੰ ਇੰਪਰੂਵ ਕਰਨ ਲਈ ਐਜੂਕੇਸ਼ਨ ਇਜ਼ ਵੈਰੀ ਨੈਸੈਸਰੀ। ਜਾਂ ਉਹਦੀ ਜਗ੍ਹਾ ਆਪਾਂ ਦੇ ਸਕਦੇ ਵੀ ਕਾਫੀ ਜਿਹੜੀਆਂ ਕੰਟਰੀਜ਼ ਹੈ ਜਿੱਥੇ ਮੈਡੀਕਲ ਕੰਡੀਸ਼ਨਸ ਗੁੱਡ ਨਹੀਂ ਹੈਗੀਆਂ, ਉੱਥੇ ਜਿਹੜਾ ਡੈਥ ਰੇਟ ਬਹੁਤ ਜ਼ਿਆਦਾ ਇੰਕਰੀਜ਼ ਹੋ ਰਿਹਾ। ਇਹਦੇ ਵਿੱਚ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਇਟਲੀ ਦੀ, ਜਦੋਂ ਕੋਵਿਡ ਆਇਆ ਸੀਗਾ ਉੱਥੇ ਦੀ ਮੈਡੀਕਲ ਕੰਡੀਸ਼ਨਸ ਉਨੀਆਂ ਗੁੱਡ ਨਹੀਂ ਹੈਗੀਆਂ ਸੀ, ਜਿਹਦੇ ਕਰਕੇ ਕੀ ਹੋਇਆ ਸੀ ਉੱਥੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਦੀ ਡੈਥ ਹੋ ਗਈ ਸੀ, ਜਿਹੜਾ ਡਾਇਰੈਕਟਲੀ ਕਿਹਨੂੰ ਅਫੈਕਟ ਕੀਤਾ ਸੀ, ਉਹਨਾਂ ਦੀ ਕੰਟਰੀ ਨੂੰ, ਉਹਨਾਂ ਦੀ ਇਕੋਨਮੀ ਨੂੰ ਤੇ ਉੱਥੇ ਦੇ ਲੋਕਾਂ ਲਈ। ਤੇ ਐਂਡ ਦੇ ਵਿੱਚ ਉੱਦਾਂ ਹੀ ਆਪਾਂ ਕੰਕਲੂਜਨ ਲਿਖਣਾ ਕਿ ਇਨ ਕੰਕਲੂਜਨ ਆਈ ਫਰਮਲੀ ਬਿਲੀਵ, ਫਰਮਲੀ ਮਤਲਬ ਮੈਂ ਕੀ ਬਿਲੀਵ ਕਰਦਾ, ਸਪੇਸ ਪ੍ਰੋਗਰਾਮ ਸ਼ੁੱਡ ਬੀ ਸਪੋਰਟਡ ਫਾਈਨੈਂਸ਼ੀਅਲੀ। ਜੇ ਆਪਾਂ ਕਹਿ ਰਹੇ ਹਾਂ ਸਪੇਸ ਪ੍ਰੋਗਰਾਮਸ ਨੂੰ ਸਪੋਰਟ ਕਰਨਾ ਚਾਹੀਦਾ, ਕਿਉਂ, ਐਜ਼ ਦੇਅਰ ਇਜ਼ ਨੀਡ ਟੂ ਗੈਟ ਟੂਗੈਦਰ ਦ ਹੋਲ ਵਰਲਡ ਟੂ ਇੰਪਰੂਵ ਦ ਕਮਿਊਨੀਕੇਸ਼ਨ ਐਂਡ ਫਾਈਟ ਅਗੇਂਸਟ ਦ ਇਨਵਾਇਰਮੈਂਟਲ ਪ੍ਰੋਬਲਮ। ਕਿਉਂਕਿ ਕਹਿੰਦੇ ਪੂਰੇ ਵਰਲਡ ਨੂੰ ਇਕੱਠੇ ਰਹਿ ਕੇ ਜੁੜ ਕੇ ਕਮਿਊਨੀਕੇਟ ਕਰਨ ਦੀ ਲੋੜ ਹੈਗੀ ਆ, ਜਿਹਦੇ ਨਾਲ ਜਿਹੜੇ ਅਨਫੋਰਸੀਨ ਕੰਡੀਸ਼ਨਸ ਨੇ ਜਾਂ ਜਿਹੜੀਆਂ ਇਨਵਾਇਰਮੈਂਟਲ ਪ੍ਰੋਬਲਮਸ ਨੇ ਉਹਨਾਂ ਨਾਲ ਡੀਲ ਕੀਤਾ ਜਾ ਸਕੇ। ਜੇ ਇੱਦਾਂ ਨਹੀਂ ਲਿਖਣਾ ਤਾਂ ਦੂਜਾ ਲਿਖ ਸਕਦੇ ਹਾਂ, ਟੂ recapitulate, I have discussed the reason for authorities to concentrate more on teaching and the medical sector than space exploration। ਵੀ ਮੈਂ ਰੀਜ਼ਨਸ ਦੇਤੇ ਨੇ ਵੀ ਟੀਚਿੰਗ ਤੇ ਮੈਡੀਕਲ ਸੈਕਟਰ ਦੇ ਉੱਤੇ ਕੌਨਸਨਟਰੇਟ ਜ਼ਿਆਦਾ ਕਰਨਾ ਕਿਉਂ ਜ਼ਰੂਰੀ ਆ, ਕਿਉਂ, ਕਿਉਂਕਿ without good learning and medical facilities country cannot gain the confidence of its public and cannot reach to higher position either।
ਕੰਪਨੀ ਹੈ ਜਾਂ ਜਿਹੜੀ ਕੰਟਰੀ ਹੈ ਉਹ ਆਪਣੀ ਪਬਲਿਕ ਆ ਜਿਹੜੀ ਲੋਕਲ ਗਵਰਨਮੈਂਟ ਲੋਕਲ ਹਿਊਮਨ ਬੀਇੰਗਸ ਆ ਉੱਥੇ ਦੇ ਉਹਨਾਂ ਦਾ ਜੇ ਕੌਨਫੀਡੈਂਸ ਗੇਨ ਨਹੀਂ ਕਰਨਗੇ ਉਹ ਉੱਥੋਂ ਦੀ ਜਿਹੜੀ ਇਕੋਨਮੀ ਹੈ ਉਹ ਆਪਣੀ ਜਿਹੜੀ ਗਰੋਥ ਆ ਉਹ ਨਹੀਂ ਕਰ ਸਕਣਗੇ। ਤਾਂ ਇਹਨਾਂ ਤੋਂ ਜਿਹੜੀ ਸਾਈਡ ਤੇ ਤੁਸੀਂ ਹੈਗੇ ਹੋ ਬਟ ਕੰਕਲੂਜਨ 'ਚ ਮੇਕ ਸ਼ੋਰ ਕਰਨਾ ਜਿਹੜੀ ਸਾਈਡ ਦਾ ਕੰਕਲੂਜਨ ਤੁਸੀਂ ਲਿਖ ਰਹੇ ਹੋ ਤੁਸੀਂ ਪਰਫੈਕਟ ਲਿਖ ਰਹੇ ਹੋ, ਤੁਹਾਡਾ ਪੁਆਇੰਟ ਕਲੈਰੀਫਾਈ ਹੋਣਾ ਚਾਹੀਦਾ ਵੀ ਤੁਸੀਂ ਕੀ ਕਹਿ ਰਹੇ ਹੋ। ਹਾਂ ਸਪੇਸ ਸਸਪੈਂਡ ਹੋਣਾ ਚਾਹੀਦਾ, ਜੇ ਹਾਂ ਤਾਂ ਹਾਂ, ਨਾ ਤੇ ਨਾ। ਇਹਦੇ ਵਿੱਚ ਤੁਸੀਂ ਬਾਇਸ ਨਹੀਂ ਹੋ ਸਕਦੇ ਹੈਗੇ। ਓਕੇ ਦੀ